बेटा कल ਆਪਾਂ ਸਿੰਧੂ ਘਾਟੀ ਸੱਭਿਅਤਾ ਦੇ ਚੈਪਟਰ ਬਾਰੇ ਕੁਝ ਕੁਐਸਚਨ ਕੀਤੇ ਸੀ। ਉਸ ਦੇ 2-3 ਕੁਐਸਚਨ ਨੋਟ ਕਰ ਲੈਣਾ ਤੁਸੀਂ। ਸਿੰਧੂ ਘਾਟੀ ਸੱਭਿਅਤਾ ਦੇ 2-3 ਨਾਮ ਅੱਗੇ ਦੱਸੇ ਸੀ। ਸਿੰਧੂ ਘਾਟੀ ਸੱਭਿਅਤਾ, ਹੜੱਪਾ ਸੱਭਿਅਤਾ ਤੇ ਕਾਂਸੇ ਯੁੱਗ ਦੀ ਸੱਭਿਅਤਾ। ਮਹਿਲੂਹਾ ਵੀ ਉਸ ਨੂੰ ਕਿਹਾ ਜਾਂਦਾ ਸੀ। ਇੱਕ ਹੋਰ ਨਾਮ ਹੈ ਮਹਿਲੂਹਾ। ਤੇ ਸਿੰਧੂ ਘਾਟੀ ਸੱਭਿਅਤਾ ਜਿਹੜੀ ਟਰਮ ਹੈ ਇਸ ਦੀ ਵਰਤੋਂ ਸਭ ਤੋਂ ਪਹਿਲਾਂ, ਜਾਂ ਕਹਿ ਲਓ ਵੀ ਸਿੰਧੂ ਘਾਟੀ ਸੱਭਿਅਤਾ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜੌਨ ਮਾਰਸ਼ਲ ਨੇ ਕੀਤੀ ਸੀ। ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨੂੰ ਇੱਕ ਕੁਐਸਚਨ ਹੋ ਰਿਹਾ, ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨੂੰ ਨਾ ਤਾਂ ਸ਼ੇਰ ਬਾਰੇ ਜਾਣਕਾਰੀ ਸੀ, ਨਾ ਦਾਲਾਂ ਬਾਰੇ ਜਾਣਕਾਰੀ ਸੀ, ਤੇ ਨਾ ਹੀ ਲੋਹੇ ਬਾਰੇ ਉਸ ਨੂੰ ਜਾਣਕਾਰੀ ਸੀ। ਇਹ ਯਾਦ ਰੱਖ ਲੈਣਾ ਜੂ। ਜੇ ਆਪਾਂ ਉਹਨਾਂ ਦੇ ਏਰੀਏ ਦੀ ਗੱਲ ਕਰੀਏ ਤਾਂ ਉੱਤਰ ਵਿੱਚ ਉਹ ਜੰਮੂ ਕਸ਼ਮੀਰ ਤੱਕ ਫੈਲੇ ਹੋਏ ਸਨ, ਦੱਖਣ ਦੇ ਵਿੱਚ ਉਹ ਮਹਾਰਾਸ਼ਟਰ ਤੱਕ ਫੈਲੇ ਹੋਏ ਸਨ, ਇੱਧਰ ਯੂਪੀ ਪੂਰਬ ਦੇ ਵਿੱਚ ਯੂਪੀ ਤੱਕ ਫੈਲੇ ਹੋਏ ਸਨ, ਅਤੇ ਉੱਧਰ ਪਾਕਿਸਤਾਨ ਅਤੇ ਈਰਾਨ ਦੇ ਬਾਰਡਰ ਤੱਕ ਉਹਨਾਂ ਦਾ ਏਰੀਆ ਸੀਗਾ ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦਾ। ਇਹ 3-4 ਕੁਐਸਚਨ ਤੁਸੀਂ ਨੋਟ ਕਰ ਲੈਣੇ ਨੇ। ਅੱਜ ਵਾਲਾ ਜਿਹੜਾ ਚੈਪਟਰ ਹੈ ਵੈਦਿਕ ਸੱਭਿਅਤਾ, ਵੈਦਿਕ ਸੱਭਿਅਤਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕੁਐਸਚਨ ਹੈ ਉਹ ਆਪਣੇ ਕੋਲ ਆ ਜਾਂਦਾ ਹੈ ਆਰਿਆ ਲੋਕਾਂ ਬਾਰੇ। ਆਰਿਆ ਲੋਕ ਕਦੋਂ ਭਾਰਤ ਹੋਏ? 1500 ਈਸਾ ਪੂਰਵ ਤੋਂ 1000 ਈਸਾ ਪੂਰਵ ਦੇ ਦਰਮਿਆਨ। ਅਤੇ ਆਰਿਆ ਲੋਕ ਕਿਸ ਰਸਤੇ ਤੋਂ ਆਏ? ਅਫਗਾਨਿਸਤਾਨ ਦੇ ਰਸਤੇ ਤੋਂ ਆਏ ਸਨ। ਆਰਿਆ ਦਾ ਅਰਥ ਕੀ ਹੁੰਦਾ? ਸ੍ਰੇਸ਼ਟ ਹੁੰਦਾ ਹੈ। ਆਰਿਆ ਦੇ ਮੂਲ ਨਿਵਾਸ ਸਥਾਨ, ਯਾਨੀ ਕਿ ਜਿਹੜਾ ਉਹਨਾਂ ਦਾ ਮੁੱਢਲਾ ਸਥਾਨ ਸੀ, ਉਹ ਕਿੱਥੇ ਰਹਿੰਦੇ ਸਨ, ਉਸ ਦੇ ਸੰਬੰਧੀ ਜਿਹੜਾ ਸੀਗਾ ਸਪਤ ਸਿੰਧੂ ਸਿਧਾਂਤ ਉਹ ਕਿਹਨਾਂ ਨੇ ਦਿੱਤਾ ਸੀ? ਆ 3 ਬੰਦੇ ਸੀ, A.C. ਦਾਸ, K.M. ਮੁਨਸ਼ੀ, ਡਾਕਟਰ ਸੰਪੂਰਨਾਨੰਦ। ਅਤੇ ਉਹਨਾਂ ਦੇ ਨਿਵਾਸ ਸਥਾਨ ਤਿੱਬਤ ਦਾ ਸਿਧਾਂਤ, ਪਹਿਲਾ ਸਪਤ ਸਿੰਧੂ ਸਿਧਾਂਤ, ਦੂਸਰਾ ਤਿੱਬਤ ਦਾ ਸਵਾਮੀ ਦਇਆਨੰਦ ਨੇ ਸਿਧਾਂਤ ਦਿੱਤਾ ਸੀ। ਅਤੇ ਆਪਣੀ ਕਿਤਾਬ ਸਤਿਆਰਥ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਇਸ ਸਿਧਾਂਤ ਬਾਰੇ ਜਿਹੜਾ ਗੱਲ ਕੀਤੀ ਸੀਗੀ। ਉਸ ਤੋਂ ਬਾਅਦ 7ਵਾਂ ਕੁਐਸਚਨ, ਆਰਕਟਿਕ ਹੋਮ ਇਨ ਵੇਦਾਂਸ਼, ਇਹ ਬੁੱਕ ਦਾ ਨਾਮ ਹੈ ਆਰਕਟਿਕ ਹੋਮ ਇਨ ਵੇਦਾਂਸ਼, ਬਾਲ ਗੰਗਾਧਰ ਤਿਲਕ ਨੇ ਲਿਖੀ। ਅਤੇ ਬਾਲ ਗੰਗਾਧਰ ਤਿਲਕ ਨੇ ਜਿਹੜਾ ਉਹਨਾਂ ਦਾ ਮੂਲ ਨਿਵਾਸ ਸਥਾਨ ਦੱਸਿਆ ਉੱਤਰੀ ਧਰੁਵ ਦੱਸਿਆ। ਅਤੇ ਸਭ ਤੋਂ ਜ਼ਿਆਦਾ ਮੰਨਣਯੋਗ ਸਿਧਾਂਤ ਹੈ ਵੀ ਆਰਿਆ ਦਾ ਜਿਹੜਾ ਮੂਲ ਨਿਵਾਸ ਸਥਾਨ ਹੈ ਉਹ ਮੱਧ ਏਸ਼ੀਆ ਸਿਧਾਂਤ ਹੈ। ਆਰਿਆ ਨੂੰ ਭਾਰਤ ਵਿੱਚ ਕਿਹੜੇ ਕਬੀਲੇ ਨਾਲ ਲੜਨਾ ਪਿਆ? ਦ੍ਰੈਵਿੜ ਅਤੇ ਦਸੂ ਜਾਂ ਭਨੀ ਕਬੀਲਿਆਂ ਦੇ ਨਾਲ ਲੜਨਾ ਪਿਆ। ਆਰਿਆ ਦੀ ਜਿੱਤ ਦਾ ਵੱਡਾ ਜਿੱਤ ਦਾ ਵੱਡਾ ਕਾਰਨ ਉਹਨਾਂ ਕੋਲ ਚੰਗੇ ਹਥਿਆਰ ਸੀਗੇ। ਠੀਕ ਹੈ, ਚੰਗੇ ਅਤੇ ਤੇਜ਼ ਹਥਿਆਰ ਸੀ, ਜਿਸ ਕਰਕੇ ਉਹਨਾਂ ਦੀ ਜਿੱਤ ਹੋਈ। 12ਵਾਂ ਕੁਐਸਚਨ, ਸ਼ੁਰੂ ਵਿੱਚ ਆਰਿਆ ਕਹਿੰਦੇ ਵੀ ਕਿਸ ਪ੍ਰਦੇਸ਼ ਵਿੱਚ ਵਸੇ ਸਨ? ਸਟਾਰਟਿੰਗ ਤੋਂ ਜਿਹੜੇ ਆਰਿਆ ਲੋਕ ਸਨ ਉਹ ਕਿਸ ਪ੍ਰਦੇਸ਼ ਦੇ ਵਿੱਚ ਵਸੇ ਸਨ? ਤਾਂ ਉਹ ਸੀਗਾ ਆਪਣੇ ਕੋਲ ਸਪਤ ਸਿੰਧੂ। ਸਪਤ ਸਿੰਧੂ ਦਾ ਮਤਲਬ 7 ਨਦੀਆਂ ਵਾਲਾ ਪ੍ਰਦੇਸ਼। ਠੀਕ ਹੈ, ਸਤਲੁਜ, ਰਾਵੀ, ਬਿਆਸ, ਉਸ ਤੋਂ ਇਲਾਵਾ ਆ ਗਿਆ ਆਪਣੇ ਕੋਲ ਚਨਾਬ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਰਿਵਰ ਇੱਧਰ ਦਿੱਤੀ ਹੋਈ ਹੈ ਜੇਹਲਮ। ਠੀਕ ਹੈ ਜੀ, ਇਹ ਜੇਹਲਮ, ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ? ਜੇਹਲਮ। ਠੀਕ ਹੈ ਜੀ, ਅਤੇ ਸਿੰਧ ਅਤੇ ਸਰਸਵਤੀ, ਇਹ 7 ਨਦੀਆਂ ਸਨ। ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ। ਸਪਤ ਸਿੰਧੂ ਨੂੰ ਬ੍ਰਹਮਵਰਤ ਦਾ ਨਾਮ ਕਿਉਂ ਦਿੱਤਾ ਗਿਆ ਹੈ? ਸਪਤ ਸਿੰਧੂ ਨੂੰ ਬ੍ਰਹਮਵਰਤ ਕਿਉਂਕਿ ਇੱਥੇ ਰਿਗਵੇਦ ਦੀ ਰਚਨਾ ਹੋਈ ਹੈ। ਸਪਤ ਸਿੰਧੂ ਸਥਾਨ ਤੋਂ ਬਾਅਦ ਜਾਂ ਸਪਤ ਸਿੰਧੂ ਤੋਂ ਬਾਅਦ ਆਰਿਆ ਕਿਹੜੇ ਮੈਦਾਨਾਂ ਵੱਲ ਵਧੇ ਸਨ? ਅਤੇ ਗੰਗਾ ਦੇ ਮੈਦਾਨ। ਗੰਗਾ ਦੇ ਮੈਦਾਨ ਤੁਹਾਨੂੰ ਪਤਾ ਹੈ ਵੀ ਉੱਤਰਾਖੰਡ ਵਾਲਾ ਕੁਛ ਏਰੀਆ ਹੈ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਇਹਨਾਂ ਇਲਾਕਿਆਂ ਦੇ ਵਿੱਚੋਂ ਜਿਹੜੀ ਗੰਗਾ ਲੰਘਦੀ ਹੈ ਅਤੇ ਇਸਦੀਆਂ ਸਹਾਇਕ ਨਦੀਆਂ ਵੀ ਥੱਲੜੇ ਇਲਾਕਿਆਂ 'ਚੋਂ ਆਉਂਦੀਆਂ, ਅਤੇ ਇਹ ਸਾਰਾ ਏਰੀਆ ਜਿਹੜਾ ਉੱਤਰ ਦੇ ਵਿਸ਼ਾਲ ਮੈਦਾਨ ਨੇ, ਅਤੇ ਇੱਧਰ ਨੂੰ ਜਿਹੜਾ ਕੀ ਹੈ ਵਧੇ ਸਨ। ਫਿਰ ਆਰਿਆ ਦੇ ਗੰਗਾ ਦੇ ਮੈਦਾਨੀ ਇਲਾਕੇ ਨੂੰ ਕੀ ਨਾਂ ਦਿੱਤਾ ਗਿਆ? ਜਿਹੜਾ ਆਰਿਆ ਲੋਕਾਂ ਦਾ ਗੰਗਾ ਦਾ ਮੈਦਾਨੀ ਇਲਾਕਾ ਸੀਗਾ ਉਸ ਨੂੰ ਆਰਿਆਵਰਤ ਦਾ ਨਾਂ ਦਿੱਤਾ ਗਿਆ। ਸਭ ਤੋਂ ਪਹਿਲਾਂ ਰਿਗਵੇਦ ਦੀ ਰਚਨਾ ਹੋਈ। ਬਾਕੀ ਵੇਦ ਜਿਹੜੇ ਸਾਮਵੇਦ, ਯਜੁਰਵੇਦ, ਅਥਰਵੇਦ, ਅਤੇ ਰਿਗਵੇਦ ਵਿੱਚ 1552 ਮੰਤਰ ਨੇ ਅਤੇ 1028 ਸੂਤਕ ਨੇ। ਰਿਗਵੇਦ ਕੁੱਲ 10 ਮੰਡਲ ਨੇ ਅਤੇ 108 ਉਪਨਿਸ਼ਦ। ਠੀਕ ਹੈ, 108 ਉਪਨਿਸ਼ਦ ਹਨ, ਅਤੇ 2 ਮੇਨ ਮਹਾਂਕਾਵਿ ਨੇ, ਰਾਮਾਇਣ ਅਤੇ ਮਹਾਂਭਾਰਤ। ਯਾਨੀ 1000 ਈਸਾ ਪੂਰਵ ਤੋਂ 700 ਈਸਾ ਪੂਰਵ ਦੇ ਸਮੇਂ ਦੀ ਜਿਹੜੀ ਜਾਣਕਾਰੀ ਸਾਨੂੰ ਮਿਲਦੀ ਹੈ ਉਹ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਹੈ? 2 ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਤੋਂ। ਅਤੇ ਜਿਹੜਾ ਮਹਾਂਭਾਰਤ ਹੈ ਇਹ ਸਭ ਤੋਂ ਵੱਡਾ ਮਹਾਂਕਾਵਿ ਹੈ। ਠੀਕ ਹੈ, ਇਸ ਦੇ ਵਿੱਚ 1 ਲੱਖ ਤੋਂ ਵੱਧ ਸ਼ਲੋਕ ਹੈਗੇ ਨੇ, ਅਤੇ ਇਸ ਦੀ ਰਚਨਾ ਕੀਤੀ ਹੈ ਰਿਸ਼ੀ ਵੇਦ ਵਿਆਸ ਨੇ। ਮਹਾਂਭਾਰਤ ਦੀ ਰਚਨਾ ਰਿਸ਼ੀ ਵੇਦ ਵਿਆਸ ਨੇ ਕੀਤੀ। ਦੂਸਰਾ ਆ ਗਿਆ ਰਾਮਾਇਣ।
ਰਮਾਇਣ ਦੀ ਰਚਨਾ ਕੀਤੀ ਮਹਾਰਿਸ਼ੀ ਵਾਲਮੀਕ ਨੇ। ਅਤੇ ਰਿਗ ਵੈਦਿਕ ਸ਼ਾਸਨ ਪ੍ਰਬੰਧ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਪਰਿਵਾਰ ਸੀ। ਆਪਾਂ ਵੈਦਿਕ ਸ਼ਾਸਨ ਕਾਲ ਵੀ ਕਹਿ ਸਕਦੇ ਹਾਂ ਅਤੇ ਰਿਗ ਵੈਦਿਕ ਸ਼ਾਸਨ ਕਾਲ ਵੀ, ਕਿਉਂਕਿ ਵੈਦਿਕ ਸ਼ਾਸਨ 4 ਵੇਦਾਂ ਦੀ ਰਚਨਾ ਹੋਈ ਅਤੇ ਰਿਗ ਵੈਦਿਕ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਗ੍ਰੰਥ ਹੈ ਰਿਗਵੇਦ ਹੈ, ਉਸ ਦੀ ਰਚਨਾ ਹੋਈ, ਤਾਂ ਕਰਕੇ ਜਿਹੜਾ ਰਿਗਵੈਦਿਕ ਸ਼ਾਸਨ ਵੀ ਕਹਿ ਸਕਦੇ ਹਾਂ। ਠੀਕ ਹੈ। ਪਰਿਵਾਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਉਸ ਨੂੰ ਕੁਲਪਤੀ ਜਾਂ ਗ੍ਰਹਿਪਤੀ ਕਿਹਾ ਜਾਂਦਾ ਸੀ। ਪਿੰਡ ਦਾ ਮੁਖੀਆ ਹੁੰਦਾ ਸੀ ਗ੍ਰਾਮਣੀ। ਠੀਕ ਹੈ। ਵਿਸ਼ ਕਿਸ ਨੂੰ ਕਹਿੰਦੇ ਸਨ? ਪਿੰਡ ਦੇ ਸਮੂਹ। ਤਾਂ ਜਿਹੜਾ ਵੈਦਿਕ ਜਾਂ ਰਿਗਵੈਦਿਕ ਦੇ ਸਮੇਂ ਜਿਹੜਾ ਪਿੰਡਾਂ ਦੇ ਸਮੂਹ ਹੁੰਦੇ ਸੀ, ਪਿੰਡਾਂ ਦੇ ਜਿਹੜੇ ਸਮੂਹ ਹੁੰਦੇ ਸੀ, ਪਿੰਡਾਂ ਦੇ ਸਮੂਹ ਨੂੰ ਵਿਸ਼ ਬੋਲਦੇ ਆ। ਯਾਦ ਕਰਨ ਵਾਲਾ ਕੁਐਸਚਨ ਹੈ। ਉਸ ਦੇ ਮੁਖੀ ਨੂੰ ਵਿਸ਼ਪਤੀ ਬੋਲਿਆ ਜਾਂਦਾ ਸੀਗੀ। ਠੀਕ ਹੈ। ਤਾਂ ਕਹਿੰਦੇ ਵੀ ਕਈ ਵਿਸ਼ਿਆਂ ਨੂੰ ਮਿਲਾ ਕੇ ਰਿਗਵੈਦਿਕ ਕਾਲ ਦੀ ਇੱਕ ਇਕਾਈ ਬਣਦੀ ਸੀ ਜਿਸ ਦਾ ਨਾਂ ਸੀ ਜਨ। ਅਤੇ ਜਨ ਦਾ ਜਿਹੜਾ ਮੁਖੀਆ ਹੁੰਦਾ ਸੀ ਰਾਜਨ ਹੁੰਦਾ ਸੀ। ਅਤੇ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਜਾਂ ਉਹ ਜੱਦੀ ਹੁੰਦਾ ਸੀਗਾ। ਠੀਕ ਆ। ਅਤੇ ਰਾਜੇ ਦੀ ਸਹਾਇਤਾ ਵਾਸਤੇ 2 ਜਿਹੜੀਆਂ ਸਭਾਵਾਂ ਬਣੀਆਂ ਹੋਈਆਂ ਸੀ, 2 ਸੰਸਥਾਵਾਂ ਬਣੀਆਂ ਸੀ। ਇੱਕ ਸਭਾ ਸੀ ਅਤੇ ਦੂਸਰੀ ਸਮਿਤੀ ਸੀ। ਇੱਕ ਸਭਾ ਅਤੇ ਦੂਸਰੀ ਸਮਿਤੀ ਸੀਗੀ। ਠੀਕ ਹੈ ਬੇਟਾ, ਇਹ ਦੇਖ ਲੈਣਾ ਤੁਸੀਂ। ਉਸ ਤੋਂ ਬਾਅਦ ਰਿਗਵੈਦਿਕ ਕਾਲ ਵਿੱਚ ਮਤਲਬ ਮੇਨ ਸਾਂਝੇ ਪਰਿਵਾਰ ਹੁੰਦੇ ਸਨ। ਪਿਤਾ ਪ੍ਰਧਾਨ ਜਿਹੜਾ ਸੀਗਾ ਉਹ ਸਮਾਜ ਸੀਗਾ, ਜਾਂ ਪਰਿਵਾਰ ਕਹਿ ਲਓ। ਪਰਿਵਾਰ ਜਿਹੜਾ ਸੀ ਪਿਤਾ ਪ੍ਰਧਾਨ ਜਿਹੜਾ ਪਰਿਵਾਰ ਸੀ। ਰਿਗਵੈਦਿਕ ਕਾਲ ਵਿੱਚ ਜਿਹੜਾ ਸੀ ਕਿੱਤੇ ਦੇ ਆਧਾਰ 'ਤੇ ਲੋਕਾਂ ਦੀ ਜਿਹੜੀ ਹੈ ਵੰਡ ਕੀਤੀ ਹੋਈ ਸੀ। ਕੋਈ ਜਾਤੀ ਪ੍ਰਥਾ ਪ੍ਰਚਲਿਤ ਨਹੀਂ ਸੀ, ਜਾਤ ਪਾਤ ਨਹੀਂ ਸੀ। ਕਿੱਤੇ ਕੰਮ ਦੇ ਅਨੁਸਾਰ ਲੋਕਾਂ ਨੂੰ ਜਿਹੜਾ ਵੰਡਿਆ ਗਿਆ ਸੀਗਾ। ਉਹ ਰੱਥ ਦੌੜ ਮਨੋਰੰਜਨ ਲਈ ਸਨ। ਠੀਕ ਹੈ। ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸਨ। ਲਗਭਗ 33 ਰਿਗਵੇਦ ਜਿਹੜਾ ਸਾਡਾ ਉਸ ਦੇ ਵਿੱਚ 33 ਦੇਵੀ ਦੇਵਤਿਆਂ ਦਾ ਜਿਹੜਾ ਵਰਣਨ ਕੀਤਾ ਗਿਆ। ਆਰਿਆ ਕਿਸ ਨੂੰ ਸਭ ਤੋਂ ਵੱਡਾ ਦੇਵਤਾ ਮੰਨਦੇ ਸਨ? ਆਰਿਆ ਜਿਹੜਾ ਵਰਨ ਨੂੰ ਸਭ ਤੋਂ ਵੱਡਾ ਦੇਵਤਾ ਮੰਨਦੇ। ਵਰਨ ਜਿਹੜਾ ਆਕਾਸ਼ ਨਾਲ ਸੰਬੰਧਿਤ ਦੇਵਤਾ ਸੀ। ਆਕਾਸ਼ ਮਤਲਬ ਕੁਦਰਤੀ ਸ਼ਕਤੀ ਨਾਲ ਸੰਬੰਧਿਤ ਸੀ। ਅਤੇ ਦੂਜਾ ਵੱਡਾ ਦੇਵਤਾ ਇੰਦਰ ਸੀ ਜਿਹੜਾ ਵਰਖਾ ਅਤੇ ਯੁੱਧ ਦੇ ਨਾਲ ਸੰਬੰਧਿਤ ਸੀਗਾ। ਠੀਕ ਹੈ। ਅਤੇ ਸਭ ਤੋਂ ਵੱਧ ਮੰਤਰ ਜਿਹੜੇ ਨੇ ਰਿਗਵੇਦ ਵਿੱਚ ਉਹ ਇੰਦਰ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਨੇ। ਸਭ ਤੋਂ ਵੱਧ ਜਿਹੜੇ ਮੰਤਰ ਨੇ ਇੰਦਰ ਦੀ ਪ੍ਰਸ਼ੰਸਾ ਵਿੱਚ ਰਿਗਵੇਦ ਵਿੱਚ ਲਿਖੇ ਗਏ। ਠੀਕ ਹੈ। ਤਾਂ ਰਿਗਵੇਦ ਵਿੱਚ ਇੰਦਰ ਦੀ ਪ੍ਰਸ਼ੰਸਾ ਵਿੱਚ ਜਿਹੜੇ ਨੇ ਕੁੱਲ ਕਿੰਨੇ ਮੰਤਰ ਹੈਗੇ ਨੇ? 250 ਮੰਤਰ ਜਿਹੜਾ ਕੀ ਹੈ ਇੰਦਰ ਦੀ ਜਿਹੜੀ ਕੀ ਹੈ ਪ੍ਰਸ਼ੰਸਾ ਵਿੱਚ ਹੀ ਲਿਖੇ ਗਏ ਹਨ ਰਿਗਵੇਦ ਦੇ ਵਿੱਚ। ਠੀਕ ਹੈ ਜੀ। ਤਾਂ ਇਹ ਆਪਣੇ ਕੋਲ ਲਗਭਗ 48 ਕੁਐਸਚਨ ਦੇ ਬਣੇ। ਅਗਨੀ ਦੇਵਤੇ ਦਾ ਸੰਬੰਧ ਕਿਸ ਨਾਲ ਸੀ? ਅਗਨੀ ਦੇਵਤੇ ਦਾ ਸੰਬੰਧ ਵਿਆਹ ਅਤੇ ਅੰਤਿਮ ਸੰਸਕਾਰ ਦੇ ਨਾਲ ਸੀ। ਹਨੇਰੀ ਤੂਫਾਨ ਨਾਲ ਸੰਬੰਧਿਤ ਦੇਵਤਾ ਸੀ ਰੁਦਰ। ਅਤੇ ਮੌਤ ਦਾ ਯਮ ਅਤੇ ਅਰਨਾਈ ਜਿਹੜਾ ਸੀ ਉਹ ਵਨਾਂ ਦੀ। ਠੀਕ ਹੈ। ਵਪਾਰ ਕਰਨ ਲਈ ਕਿਹੜੇ ਵਸਤੂ ਦੀ ਵਰਤੋਂ ਅਦਲਾ ਬਦਲੀ ਕੀਤੀ ਜਾਂਦੀ ਸੀ? ਅਤੇ ਗਊ ਨਾਲ ਸੰਬੰਧਿਤ। ਠੀਕ ਹੈ। ਰਿਗਵੈਦਿਕ ਕਾਲ ਤੋਂ ਬਾਅਦ ਕਿਹੜਾ ਕਾਲ ਆਉਂਦਾ ਤਾਂ ਉਸ ਨੂੰ ਬੋਲਦੇ ਉੱਤਰ ਵੈਦਿਕ ਕਾਲ। ਉੱਤਰ ਵੈਦਿਕ ਕਾਲ ਵਿੱਚ ਸਭ ਤੋਂ ਮਹੱਤਵਪੂਰਨ ਜਿਹੜਾ ਯੱਗ ਸੀਗਾ ਅਸ਼ਵਮੇਧ ਯੱਗ ਸੀਗਾ। ਉੱਤਰ ਵੈਦਿਕ ਕਾਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਯੱਗ ਅਸ਼ਵਮੇਧ ਯੱਗ ਸੀਗਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ 56 ਨੰਬਰ ਕੁਐਸਚਨ ਹੈ। ਸਮਗ੍ਰਹਿਤਰੀ ਕੌਣ ਸੀ? ਖਜ਼ਾਨਚੀ ਸੀ। ਖਜ਼ਾਨਚੀ ਨੂੰ ਕਿਹਾ ਜਾਂਦਾ ਸੀ ਸਮਗ੍ਰਹਿਤਰੀ। ਭਾਗ ਦੂਹਾ ਕਿਸ ਨੂੰ ਕਿਹਾ ਜਾਂਦਾ ਸੀ? ਜਿਹੜਾ ਟੈਕਸ ਇਕੱਠਾ ਕਰਦਾ ਸੀ, ਕਰ ਇਕੱਠਾ ਕਰਦਾ ਸੀ। ਠੀਕ ਹੈ। ਮੰਤਰੀ ਜਿਹੜੇ ਸਨ ਉਹ ਕੌਣ ਰੱਖਦਾ ਸੀ? ਰਾਜਾ ਰੱਖਦਾ ਸੀਗਾ ਮੰਤਰੀ। ਉੱਤਰ ਵੈਦਿਕ ਕਾਲ ਵਿੱਚ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਰਤਨਿਨ ਬੋਲਿਆ ਜਾਂਦਾ ਸੀ। ਰਤਨਿਨ। ਅਤੇ ਇਸਤਰੀਆਂ ਦੀ ਹਾਲਤ ਜਿਹੜੀ ਸੀਗੀ ਕਹਿੰਦੇ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਵਿਗੜਨੀ ਸ਼ੁਰੂ ਹੋ ਗਈ ਸੀਗੀ। ਵਰਨ ਆਸ਼ਰਮ ਪ੍ਰਥਾ ਦੇ ਵਿੱਚ ਮਨੁੱਖ ਦੀ ਉਮਰ ਨੂੰ 100 ਸਾਲ ਮੰਨਿਆ ਗਿਆ ਸੀ। ਵਰਨ ਆਸ਼ਰਮ ਪ੍ਰਥਾ ਦੇ ਵਿੱਚ 100 ਸਾਲ ਕਹਿੰਦੇ ਵੀ ਵਿਅਕਤੀ ਦੀ ਉਮਰ ਹੁੰਦੀ ਹੈ। ਕਿੰਨੇ ਵਰਨ ਆਸ਼ਰਮ ਸਨ? 4 ਵਰਨ ਆਸ਼ਰਮ ਜਿਹੜਾ ਸੀਗਾ ਕੀ ਸੀਗਾ ਵੀ ਬ੍ਰਹਮ, ਗ੍ਰਸਥ, ਵਾਨਪ੍ਰਸਥ ਅਤੇ ਸੰਨਿਆਸ। ਮਤਲਬ 4 ਜਿਹੜੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਗਿਆ ਸੀਗਾ ਜੀਵਨ ਨੂੰ। ਠੀਕ ਹੈ। ਇਹਦੇ ਵਿੱਚ
ਬ੍ਰਹਮਚਾਰੀਆ, ਗ੍ਰਸਤ, ਵਾਨਪ੍ਰਸਥ ਅਤੇ ਸੰਨਿਆਸ। ਠੀਕ ਹੈ। ਉਸ ਤੋਂ ਬਾਅਦ ਦਵਿਜ ਤੋਂ ਭਾਵ ਹੈ ਦੂਸਰਾ ਜਨਮ। ਦਵਿਜ ਕਿਸ ਨੂੰ ਮੰਨਿਆ ਜਾਂਦਾ ਹੈ? ਬ੍ਰਾਹਮਣ, ਕਸ਼ਤਰੀਆ ਅਤੇ ਵੈਸ਼ਾ ਨੂੰ ਜਿਹੜਾ ਕੀ ਹੈ ਮੰਨਿਆ ਜਾਂਦਾ ਹੈ। ਉਹ ਉਪਨਇਨ ਦੀ ਰਸਮ, ਉਪਨਇਨ ਦੀ ਰਸਮ ਜਿਹੜੀ ਹੈ ਕਦੋਂ ਕੀਤੀ ਜਾਂਦੀ ਹੈ? ਵਿੱਦਿਆ ਪ੍ਰਾਪਤੀ ਆਰੰਭ, ਜਦੋਂ ਕੋਈ ਬੱਚਾ ਸਕੂਲ ਜਾਂਦਾ ਸੀ ਜਾਂ ਐਜੂਕੇਸ਼ਨ ਲੈਣੀ ਸ਼ੁਰੂ ਕਰਦਾ ਸੀ ਤਾਂ ਉਸ ਰਸਮ ਨੂੰ ਬੋਲਦੇ ਸੀ ਉਪਨਇਨ। ਅਤੇ ਜਿਹੜਾ ਰਿਗਵੈਦਿਕ ਕਾਲ ਤੋਂ ਬਾਅਦ ਹੁਣ ਉੱਤਰ ਵੈਦਿਕ ਕਾਲ ਆਪਾਂ ਪੜ੍ਹ ਰਹੇ ਹਾਂ। ਉੱਤਰ ਵੈਦਿਕ ਕਾਲ ਵਿੱਚ ਜਿਹੜਾ ਸਭ ਤੋਂ ਵੱਡਾ ਦੇਵਤਾ ਸੀ ਬ੍ਰਹਮਾ, ਦੂਜੇ ਨੰਬਰ 'ਤੇ ਵਿਸ਼ਨੂੰ, ਤੀਜੇ 'ਤੇ ਸ਼ਿਵਾ ਸੀਗਾ। ਬ੍ਰਾਹਮਣ, ਵਿਸ਼ਨੂੰ, ਸ਼ਿਵਾ ਜਦੋਂ ਇਕੱਠੇ ਹੁੰਦੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਤ੍ਰਿਦੇਵ। ਠੀਕ ਹੈ। ਉੱਤਰ ਵੈਦਿਕ ਕਾਲ ਵਿੱਚ ਵਿਅਕਤੀ ਨੂੰ 40 ਸੰਸਕਾਰ ਕਰਨੇ ਪੈਂਦੇ ਸਨ ਅਤੇ ਮੁੱਖ ਕਿੱਤਾ ਉਹਨਾਂ ਦਾ ਖੇਤੀਬਾੜੀ ਸੀ, ਆਰਿਆ ਲੋਕਾਂ ਦਾ। ਠੀਕ ਹੈ। ਆਰਿਆ ਲੋਕਾਂ ਦਾ ਜਿਹੜਾ ਸੀਗਾ ਮੁੱਖ ਕਿੱਤਾ ਖੇਤੀਬਾੜੀ ਸੀ। ਉੱਤਰ ਵੈਦਿਕ ਕਾਲ ਵਿੱਚ ਦੌਲਤ ਦਾ ਮਾਪ ਕਿਸ ਚੀਜ਼ ਨੂੰ ਮੰਨਿਆ ਜਾਂਦਾ ਸੀ? ਤਾਂ ਪਸ਼ੂਆਂ ਦੀ ਗਿਣਤੀ। ਦੌਲਤ ਦਾ ਜਿਹੜਾ ਮਾਪ ਸੀਗਾ ਕਿਸ ਚੀਜ਼ ਨੂੰ ਮੰਨਿਆ ਜਾਂਦਾ? ਪਸ਼ੂਆਂ ਦੀ ਗਿਣਤੀ। ਅਤੇ ਉੱਤਰ ਵੈਦਿਕ ਕਾਲ ਵਿੱਚ ਕਿਹੜੇ ਸਿੱਕੇ ਪ੍ਰਚਲਿਤ ਸਨ? ਨਿਸ਼ਕ, ਸ਼ਤਮਾਨ, ਕ੍ਰਿਸ਼ਮਾਨ। ਇਹ ਜਿਹੜੇ ਸਿੱਕੇ ਜਿਹੜੇ ਪ੍ਰਚਲਿਤ ਸਨ ਰਿਗਵੈਦਿਕ ਕਾਲ ਦੇ ਵਿੱਚ। 1 ਮਿੰਟ ਹੋਰ ਲਵਾਂਗੇ ਆਪਾਂ। ਤਾਂ ਦੇਖੋ ਵੈਦਿਕ ਸੱਭਿਅਤਾ ਦੀ ਗੱਲ ਹੈ। ਵੈਦਿਕ ਸੱਭਿਅਤਾ, ਵੇਦਾਂ ਦੀ ਰਚਨਾ, ਆਰਿਆ ਲੋਕ ਆਏ। ਠੀਕ ਹੈ। ਕਿੱਥੋਂ ਆਏ? ਉਹਨਾਂ ਦੇ ਸਾਰੇ ਸਿਧਾਂਤਾਂ ਬਾਰੇ ਗੱਲ ਕੀਤੀ ਗਈ ਹੈ ਵੀ ਆਰਿਆ ਲੋਕ ਕਿੱਥੋਂ ਕਿੱਥੋਂ ਆਏ। ਸਪਤ ਸਿੰਧੂ ਵਾਲਾ ਸਿਧਾਂਤ ਦਿੱਤਾ ਗਿਆ, ਤਿੱਬਤ ਦਾ ਸਿਧਾਂਤ ਦਿੱਤਾ ਗਿਆ। ਬਾਲ ਗੰਗਾਧਰ ਨੇ ਜਿਹੜਾ ਸੀ ਉੱਤਰੀ ਧਰੁਵ ਦੀ ਗੱਲ ਕੀਤੀ ਹੈ। ਸਵਾਮੀ ਦਇਆਨੰਦ ਦੇ ਤਿੱਬਤ ਦੇ ਸਿਧਾਂਤ ਦੀ ਗੱਲ ਕੀਤੀ ਹੈ। ਆਰਕਟਿਕ ਹੋਮ ਇਨ ਵੇਦਾਸ ਵਿੱਚ ਬਾਲ ਗੰਗਾਧਰ ਤਿਲਕ ਨੇ ਗੱਲ ਕੀਤੀ ਹੈ। ਕਿਹੜੇ ਕਬੀਲਿਆਂ ਨਾਲ ਲੜਨਾ ਪਿਆ ਸੀ ਆਰਿਆ ਲੋਕਾਂ ਨੂੰ? ਠੀਕ ਹੈ। ਦ੍ਰੈਵੜ, ਦਸੂ ਉਹ ਸਾਰੇ ਸੀਗੇ। ਸਪਤ ਸਿੰਧੂ ਕਿਉਂ ਕਿਹਾ ਜਾਂਦਾ ਸੀ? 7 ਨਦੀਆਂ ਸੀ। ਅਤੇ ਬ੍ਰਹਮਵਰਤ ਕਿਉਂ ਕਹਿੰਦੇ ਸੀ? ਕਿਉਂਕਿ ਰਿਗਵੇਦ ਦੀ ਰਚਨਾ ਕੀਤੀ। ਫਿਰ ਉਹ ਗੰਗਾ ਦੇ ਮੈਦਾਨ ਵੱਲ ਵਧਣੇ ਸ਼ੁਰੂ ਹੋਏ। 4 ਵੇਦ ਕਿਹੜੇ ਨੇ? ਰਿਗਵੇਦ ਸਭ ਤੋਂ ਵੱਡਾ ਹੈ। ਠੀਕ ਹੈ। ਤਾਂ ਉਹਦੇ ਵਿੱਚ ਮੰਤਰ ਕਿੰਨੇ ਨੇ? ਸੂਤਕ ਕਿੰਨੇ ਨੇ? ਮੰਡਲ ਕਿੰਨੇ ਨੇ? ਮੰਡਲ 10 ਨੇ। ਉਪਨਿਸ਼ਦ 108 ਨੇ। ਮਹਾਕਾਵ 2 ਮਹਾਭਾਰਤ ਅਤੇ ਰਮਾਇਣ ਹੈ। ਮਹਾਭਾਰਤ ਦੀ ਰਚਨਾ ਕੀਤੀ ਵੇਦ ਵਿਆਸ ਨੇ। ਠੀਕ ਹੈ। ਰਿਸ਼ੀ ਵੇਦ ਵਿਆਸ ਨੇ ਕੀਤੀ। ਅਤੇ ਰਮਾਇਣ, ਠੀਕ ਹੈ ਜੀ, ਅਤੇ ਰਮਾਇਣ ਦੀ ਰਚਨਾ ਕੀਤੀ ਵਾਲਮੀਕ ਨੇ। ਵੇਦ ਵਿਆਸ ਨੇ ਰਚਨਾ ਕੀਤੀ ਮਹਾਭਾਰਤ ਦੇ, ਅਤੇ ਦੂਸਰੀ ਰਮਾਇਣ ਦੀ ਰਚਨਾ ਕੀਤੀ ਵਾਲਮੀਕ ਨੇ। ਪਰਿਵਾਰ ਸਭ ਤੋਂ ਛੋਟੀ ਇਕਾਈ ਸੀ। ਜਿਹੜਾ ਵਿਸ਼ਵ ਕਿਸ ਨੂੰ ਬੋਲਦੇ? ਪਿੰਡਾਂ ਦੇ ਸਮੂਹ ਨੂੰ ਜਿਹੜਾ ਸੀਗਾ ਵਿਸ਼ ਕਿਹਾ ਜਾਂਦਾ ਸੀ। ਪਿੰਡਾਂ ਦੇ ਸਮੂਹ ਨੂੰ ਕੀ ਬੋਲਦੇ ਆ? ਵਿਸ਼। ਠੀਕ ਹੈ। ਰਾਜੇ ਦੀ ਸਹਾਇਤਾ ਲਈ 2 ਸਭਾਵਾਂ ਸਨ, ਸਭਾ ਅਤੇ ਸਮਿਤੀ। ਪਰਿਵਾਰ ਸਾਂਝਾ ਹੁੰਦਾ ਸੀ। ਪਿਤਾ ਪ੍ਰਧਾਨ ਹੁੰਦਾ ਸੀਗਾ। ਠੀਕ ਹੈ। ਕਿੱਤੇ ਦੇ ਆਧਾਰ 'ਤੇ ਲੋਕਾਂ ਦੀ ਵੰਡ ਕੀਤੀ ਹੋਈ ਗਈ ਸੀਗੀ। ਆਸ਼ਰਮ ਨਾਲ ਸੰਬੰਧਿਤ ਜਿਹੜਾ ਜੀਵਨ ਸੀ 4 ਵਰਗਾਂ ਵਿੱਚ ਵੰਡਿਆ ਸੀ। ਬ੍ਰਹਮਚਾਰੀ, ਠੀਕ ਹੈ, ਬ੍ਰਹਮਚਾਰੀ, ਵਾਨਪ੍ਰਸਥ ਅਤੇ 2 ਹੋਰ ਸੀਗੇ ਸੰਨਿਆਸ, ਗ੍ਰਸਤ। ਐਵੇਂ ਕਰਕੇ ਜਿਹੜਾ 4 ਵਰਨਾਂ ਵਿੱਚ ਵੰਡਿਆ ਸੀ। 33 ਜਿਹੜੇ ਦੇਵਤਿਆਂ ਦੀ ਗੱਲ ਕੀਤੀ ਹੈ। ਅਲੱਗ ਅਲੱਗ ਦੇਵਤੇ, ਕੋਈ ਆਕਾਸ਼ ਨਾਲ ਹੈ, ਕੋਈ ਅਗਨੀ ਨਾਲ ਹੈ, ਇਹ ਕੋਈ ਵਰਖਾ ਨਾਲ ਸੰਬੰਧਿਤ, ਇਹ ਸਾਰੇ। ਠੀਕ ਹੈ। ਉਸ ਤੋਂ ਇਲਾਵਾ ਕੁਛ ਹੋਰ ਹੈਗੇ ਨੇ। ਕਰ ਜਿਹੜਾ ਇਕੱਠਾ ਕਰਦਾ ਸੀ ਉਹਨੂੰ ਭਗਦੂ ਬੋਲਦੇ ਸੀ। ਇਸ ਤਰ੍ਹਾਂ ਜਿਹੜਾ ਉੱਤਰ ਵੈਦਿਕ ਕਾਲ ਵਿੱਚ ਮੰਤਰੀ ਸਨ, ਰਤਨਿਨ ਬੋਲਦੇ ਸਨ ਉਹਨਾਂ ਨੂੰ। ਅਤੇ ਜਿਹੜੇ 4 ਆਪਾਂ ਦੱਸ ਰਹੇ ਸੀਗੇ ਪਿੱਛੇ ਵੀ ਬ੍ਰਾਹਮਣ, ਗ੍ਰਸਤ, ਵਾਨਪ੍ਰਸਥ ਅਤੇ ਸੰਨਿਆਸ। ਦਵਿਜ ਕੀ ਹੁੰਦਾ? ਦੂਸਰਾ ਜਨਮ। ਠੀਕ ਹੈ। ਦਵਿਜ ਕੀ ਹੁੰਦਾ? ਦੂਸਰਾ। ਆਰਿਆ ਲੋਕਾਂ ਦਾ ਮੁੱਖ ਕਿੱਤਾ ਜਿਹੜਾ ਸੀਗਾ ਉਹ ਖੇਤੀਬਾੜੀ ਸੀ। ਠੀਕ ਹੈ ਜੀ। ਤਾਂ ਉੱਤਰ ਵੈਦਿਕ ਕਾਲ ਵਿੱਚ ਸਭ ਤੋਂ ਵੱਡਾ ਦੇਵਤਾ ਸੀ ਬ੍ਰਹਮਾ ਸੀ। ਅਤੇ ਰਿਗਵੈਦਿਕ ਕਾਲ ਵਿੱਚ ਸਭ ਤੋਂ ਵੱਡਾ ਦੇਵਤਾ ਜਿਹੜਾ ਸੀਗਾ ਵਰੁਣ ਸੀਗਾ। ਸਭ ਤੋਂ ਵੱਡਾ ਦੇਵਤਾ ਜਿਹੜਾ ਸੀਗਾ ਵਰੁਣ ਕਿਹਾ ਜਾਂਦਾ ਸੀ। ਧੰਨਵਾਦ।